सो सतगुर माहे समाना। एह बाणी जो जियो जाने, तिस अंतर रवे हर नामा। बाणी गुरु गुरु है बाणी, विच बाणी अमृत सारे। गुर बाणी कहे सेवक जन माने, पर तख गुरु निस्तारे। बाणी बिरलो विचार सी, जे को गुरमुख होए। एह बाणी महापुरख की, निज कर वासा होए। मांझ महला पंजवा, सब किश कर में बाहर नाही। बाहर टोले सो परम पुलाही। गुर प्रसादी जिनि अंतर पाया, सो अंतर बाहर सुहेला जियो। चिम चिम वरसै अमृत तारा, मन पीवे सुन शब्द विचारा। आनंद विनोद करे दिन राती, सदा सदा हर के लाजियो। जन्म जन्म का विछड़िया मिलिया, साध कृपा ते सूका हरिया। सुमत पाए नाम ते आए, गुरमुख होए। मेला जियो
ਜਲ ਤਰੰਗ ਜਿਉ ਜਲੈ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਬ੍ਰਹਮ ਕਟੇ ਕਿਵਾੜਾ ਬਹੁੜ ਨ ਹੋਈਐ ਜੋ ਲਾ ਜੀਓ ਜਲ ਤਰੰਗ ਜਿਉ ਜਲੈ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਬ੍ਰਹਮ ਕਟੇ ਕਿਵਾੜਾ ਬਹੁੜ ਨ ਹੋਈਐ ਜੋ ਲਾ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਮਾਝ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 102 ਅੰਗ ਤੇ ਦਰਜ ਹੈ। ਸਤਿਗੁਰੂ ਕਿਰਪਾ ਕਰਨ ਇਸ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਇਸ ਸ਼ਬਦ ਦੀ ਵਿਚਾਰ ਭਾਈ ਕੁਲਵਿੰਦਰ ਸਿੰਘ ਜੀ ਭੋਗਪੁਰ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪਿਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਆਪਣੇ ਨਾਵਾਂ ਦੇ ਨਾਲ ਵੀ ਸਿੰਘ ਅਤੇ ਕੌਰ ਸ਼ਬਦ ਲਿਖਿਆ ਕਰੋ। ਜੋ ਆਪਾਂ ਜਾਤਾਂ ਪਾਤਾਂ ਗੋਤਰ ਲਿਖਦੇ ਹਾਂ, ਸਿੱਖ ਧਰਮ ਦੇ ਵਿੱਚ ਉਹਨਾਂ ਦੀ ਕੋਈ ਪ੍ਰਵਾਨਗੀ, ਕੋਈ ਥਾਂ ਨਹੀਂ ਹੈ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ।
ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧਰਨ ਗਗਨ ਨਭ ਖੰਡ ਮਹਿ, ਜੋਤ ਸਭ ਰੂਪੀ ਰਹਿਓ ਭਰ। ਭਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪਰਤਖ ਹਰ। ਕਬੀਰ ਜੋ ਤੋਹਿ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਖੇਲਤ ਖੇਲਤ ਹਾਲ ਕਰ, ਖੇਲਤ ਖੇਲਤ ਹਾਲ ਕਰ। ਜੋ ਕਿਛ ਹੋਏ ਤਾ ਹੋਏ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਵਾਲੀਏ ਕੁਲ ਆਲਮ, ਮੁਜਸਮੇ ਆਬੇ ਹਯਾਤ, ਸਰਵਰੇ ਕਾਇਨਾਤ। ਬਾਣੀ ਦੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਤਿੰਨਾਂ ਦੇ ਵੱਲੋਂ ਵਰਸੋਏ ਹੋਏ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਮਾਝ ਰਾਗ ਦੇ ਵਿੱਚ ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਸ਼ਬਦ, ਜਿਸ ਦੀ ਵਿਚਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ। ਔਰ ਨਾਲ ਹੀ ਅੱਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਨ ਸਪੂਤ, ਮਹਾਨ ਜਰਨੈਲ ਬਾਬਾ ਦੀਪ ਸਿੰਘ ਜੀ ਦਾ ਵੀ ਜਨਮ ਦਿਹਾੜਾ ਹੈ। ਥੋੜ੍ਹਾ ਜਿਹਾ ਸਮਾਂ ਆਪਾਂ ਉਹਨਾਂ ਦੇ ਵਾਸਤੇ ਵੀ ਇਸ ਸਮੇਂ ਦੇ ਵਿੱਚੋਂ ਉਹਨਾਂ ਦੀ ਵਿਚਾਰ ਵੀ ਕਰਨੀ ਹੈ। ਅੱਜ ਦਾ ਜੋ ਸ਼ਬਦ ਆਪ ਜੀ ਨੇ ਇਸ ਅਸਥਾਨ ਦੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ, ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸਰਵਨ ਕੀਤਾ। ਇਸ ਸ਼ਬਦ ਦੇ ਵਿੱਚ ਮਹਾਰਾਜ ਆਰੰਭ ਵਾਲੀ ਜੋ ਪੰਕਤੀ ਹੈ, ਸਭ ਕਿਛ ਘਰ ਮਹਿ ਬਾਹਰ ਨਾਹੀ, ਰਾਗ ਮਾਝ ਹੈ ਔਰ ਬਾਣੀ ਦੇ ਕਰਤਾ ਹਨ ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ। ਗੁਰੂ ਨਾਨਕ ਦੇਵ ਜੀ ਦੀ ਆਮਦ ਤੋਂ ਪਹਿਲਾਂ ਇਸ ਧਰਤੀ ਤੇ ਹਰ ਇੱਕ ਇਨਸਾਨ ਦੀ ਖਾਹਿਸ਼ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਕਿ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਲੇਕਿਨ ਮਹਾਰਾਜ ਦੀ ਆਮਦ ਤੋਂ ਪਹਿਲਾਂ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਸੀਗਾ, ਉਹ ਉਸ ਸਮੇਂ ਦੇ ਆਗੂਆਂ ਨੇ, ਉਸ ਸਮੇਂ ਦੇ ਵਿਦਵਾਨਾਂ ਨੇ ਉਸ ਰਸਤੇ ਦੇ ਦੋ ਹਿੱਸੇ ਕਰ ਦਿੱਤੇ ਸਨ। ਅਰਥਾਤ ਉਸ ਰਸਤੇ ਨੂੰ ਪਾੜ ਦਿੱਤਾ ਸੀ ਤਾਂ ਜੋ ਜਿਹੜਾ ਮਨੁੱਖ ਪਰਮਾਰਥ ਦੇ ਰਸਤੇ 'ਤੇ ਚੱਲੇ
ਉਹਨੂੰ ਚੱਲਣ ਲੱਗਿਆਂ ਭੁਲੇਖਾ ਲੱਗ ਜਾਵੇ ਕਿ ਮੈਂ ਇੱਧਰ ਜਾਣਾ ਹੈ ਜਾਂ ਉੱਧਰ ਜਾਣਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਫਿਰ ਬਾਬੇ ਨੇ ਭੇਖ ਬਣਾਇਆ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜ੍ਹਿਆ ਸੋਧਨ। ਉਹ ਜਿਹੜਾ ਰਸਤਾ ਉਸ ਸਮੇਂ ਦੇ ਆਗੂਆਂ ਨੇ ਪਾੜਿਆ ਸੀ ਨਾ, ਜਿਹਨੂੰ ਬਾਬਾ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਬਾਬਾ ਕਬੀਰ ਜੀ ਫਰਮਾਉਂਦੇ, ਕਬੀਰ ਕਾਗਦ ਕੀ ਓਬਰੀ, ਮਸਕੇ ਕਰਮ ਕਪਾਟ, ਪਾਹਨ ਬੋਰੀ ਪਿਰਥਮੀ, ਪੰਡਤ ਪਾੜੀ ਬਾਟ। ਪੰਡਤ ਨੇ ਉਹ ਰਸਤਾ ਜਿਹੜਾ ਸੀ ਨਾ, ਉਸ ਸਮੇਂ ਦੇ ਵਿਦਵਾਨ ਨੇ, ਜਿਹੜੇ ਧਾਰਮਿਕ ਆਗੂ ਸਨ, ਉਹਨਾਂ ਨੇ ਉਹ ਰਸਤਾ ਪਾੜ ਦਿੱਤਾ ਸੀ। ਕਬੀਰ ਕਾਗਦ ਕੀ ਓਬਰੀ, ਇਹ ਜਿਹੜੇ ਗ੍ਰੰਥ ਲਿਖੇ ਗਏ ਸਨ, ਇਹ ਇਸ ਤਰ੍ਹਾਂ ਸਨ ਕਿ ਉਸ ਸਮੇਂ ਦੇ ਲੋਕਾਂ ਦੇ ਵਾਸਤੇ ਕੈਦਖਾਨਾ ਸੀਗਾ, ਕਿਉਂਕਿ ਇਹਨਾਂ ਦੇ ਵਿੱਚ ਕਰਮ ਕਾਂਡ ਸੀਗੇ। ਤੇ ਮਹਾਰਾਜ ਨੇ ਇਸ ਕਰਮ ਕਾਂਡਾਂ ਤੋਂ ਚੱਕ ਕੇ ਸਾਨੂੰ ਮਹਾਰਾਜ ਨੇ ਇੱਕ ਨਿਵੇਕਲਾ ਰਸਤਾ, ਬਾਬਾ ਕਬੀਰ ਜੀ ਦਾ ਬਚਨ, ਕਬੀਰ ਕਾਗਦ ਕੀ ਓਬਰੀ, ਮਸਕੇ ਕਰਮ ਕਪਾਟ, ਪਾਹਨ ਬੋਰੀ ਪਿਰਥਮੀ, ਪੰਡਤ ਪਾੜੀ ਬਾਟ। ਇਹ ਰਸਤਾ ਜਿਹੜਾ ਸੀਗਾ ਪਰਮਾਤਮਾ ਨੂੰ ਮਿਲਣ ਦਾ, ਉਹ ਪਾੜ ਦਿੱਤਾ ਸੀਗਾ। ਇੱਕ ਦੋ ਪ੍ਰਮਾਣ ਹੋਰ ਆਪਾਂ ਲਈਏ। ਇਸ ਆਰੰਭ ਵਾਲੀਆਂ ਪੰਕਤੀਆਂ, ਸਭ ਕਿਛ ਘਰਮ ਹੈ, ਜੋ ਕੁਛ ਵੀ ਹੈ। ਅਸੀਂ ਇੱਕ ਹੋਰ ਬਚਨ ਪੜ੍ਹਦੇ ਹਾਂ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਕੁਛ ਤੂੰ ਆਸੇ ਪਾਸੇ ਦੇਖ ਰਿਹਾ ਹੈ। ਭਗਤ ਪੀਪਾ ਜੀ ਕਹਿੰਦੇ, ਉਹ ਸਭ ਕੁਛ ਤੇਰੇ ਅੰਦਰ ਹੀ ਹੈ, ਤੈਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ। ਹੁਣ ਇਹਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਹੈ, ਸਭ ਕਿਛ ਘਰਮੇ ਦੇ ਅਰਥ ਕੀਤੇ ਕਿ ਜੋ ਆਤਮਕ ਆਨੰਦ ਹੈ ਉਹ ਤੇਰੇ ਅੰਦਰ ਹੈ। ਲੇਕਿਨ ਜਦੋਂ ਅਸੀਂ ਸੰਪਰਦਾਇਸਟਿਕ ਦੇਖਦੇ ਹਾਂ ਤੇ ਉਹਨਾਂ ਨੇ ਅਰਥ ਕੀਤੇ ਹੈ ਕਿ ਪਰਿਪੂਰਨ ਪਰਮਾਤਮਾ ਨੂੰ ਲੱਭਣ ਵਾਸਤੇ ਤੂੰ ਬਾਹਰ ਨਾ ਜਾ, ਉਹ ਤਾਂ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ, ਉਹ ਤਾਂ ਤੇਰੇ ਅੰਦਰ ਹੈ। ਇਸ ਤੋਂ ਪਹਿਲਾਂ ਘਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਵੱਖਰੇ ਵੱਖਰੇ ਰੂਪਾਂ ਵਿੱਚ ਆਇਆ। ਪਹਿਲਾਂ ਘਰ ਸ਼ਬਦ ਦੇਖ ਲਈਏ। ਘਰ ਸ਼ਬਦ ਉਚਾਰਨ ਉਹਦਾ ਸੇਮ ਹੈ, ਜਿੱਥੇ ਵੀ ਘਰ ਆਏਗਾ, ਘੱਗਾ ਰਾਰਾ ਘਰ, ਘੱਗਾ ਤੇ ਰਾਰੇ ਨੂੰ ਸਿਆਰੀ ਤੇ ਘੱਗਾ ਰਾਰੇ ਥੱਲੇ ਔਂਕੜ, ਉਚਾਰਨ ਸਾਰਿਆਂ ਦਾ ਸੇਮ ਹੈ, ਇੱਕੋ ਜਿਹਾ। ਲੇਕਿਨ ਪ੍ਰਕਰਨ ਦੇ ਹਿਸਾਬ ਦੇ ਨਾਲ ਉਹਨਾਂ ਦੇ ਜਿਹੜੇ ਅਰਥ ਹਨ ਉਹ ਵੱਖਰੇ ਵੱਖਰੇ ਹਨ। ਮੈਂ ਇੱਕ ਦੋ ਪ੍ਰਮਾਣ ਆਪ ਜੀ ਨੂੰ ਦਿਆ। ਇਹ ਜਿਹੜੀ ਸ਼ਬਦ ਲੜੀ ਆਪਾਂ ਸ਼ੁਰੂ ਕੀਤੀ ਹੈ, ਇਹ ਮਾਝ ਰਾਗ ਹੈ, ਲੇਕਿਨ ਇਹਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਪਹਿਲੇ ਘਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਇਹ ਘਰ ਹਨ, ਇਹਨਾਂ ਦੀ ਗਿਣਤੀ 1 ਤੋਂ ਲੈ ਕੇ 17 ਤੱਕ ਹੈ। ਸ਼ਬਦ ਨੂੰ ਗਾਉਣ ਦੀ ਹਦਾਇਤ ਕਿਹੜੇ ਘਰ ਵਿੱਚ ਗਾਉਣਾ ਹੈ, ਇੱਕ ਪਹਿਲੇ ਘਰ ਵਿੱਚ, ਦੂਜੇ ਘਰ ਵਿੱਚ ਜਾਂ 17ਵੇਂ ਘਰ ਵਿੱਚ, ਇਹ ਇੱਕ ਗਾਉਣ ਦੀ ਹਦਾਇਤ। ਜਿਹੜਾ ਸਿਰਲੇਖ ਦੇ ਉੱਪਰ ਮਾਂ ਲਿਖਿਆ ਉਹਨੂੰ ਵੀ ਘਰ ਕਿਹਾ ਗਿਆ। ਦੂਸਰਾ, ਅਸੀਂ ਸ਼ਾਮ ਨੂੰ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜੈ ਘਰ ਕੀਰਤ ਆਖੀਐ। ਉੱਥੇ ਜਿਹੜਾ ਘਰ ਸ਼ਬਦ ਹੈ ਉਹ ਸੰਗਤ ਵਾਸਤੇ ਆਇਆ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਦੂਸਰਾ ਸ਼ਬਦ ਅਸੀਂ ਪੜ੍ਹਦੇ ਹਾਂ, ਛੇ ਘਰ ਛੇ ਗੁਰ ਛੇ ਉਪਦੇਸ਼। ਉੱਥੇ ਜਿਹੜਾ ਘਰ ਸ਼ਬਦ ਹੈ ਉਹ ਹਿੰਦੂ ਧਰਮ ਦੇ 6 ਸ਼ਾਸਤਰਾਂ ਦੀ ਗੱਲ ਮੈਂ ਪਹਿਲਾਂ ਬੇਨਤੀ ਕੀਤੀ ਕਿ ਘਰ ਸ਼ਬਦ ਦਾ ਉਚਾਰਨ ਸੇਮ ਹੈ, ਲੇਕਿਨ ਪ੍ਰਕਰਨ ਦੇ ਹਿਸਾਬ ਦੇ ਨਾਲ ਉਹਦੇ ਅਰਥ ਜਿਹੜੇ ਆ ਉਹ ਵੱਖ-ਵੱਖ। ਘਰ ਸ਼ਬਦ ਅਵਸਥਾ ਦੇ ਵਾਸਤੇ ਵੀ ਆਇਆ, ਜਿਹਨੂੰ ਮਹਾਰਾਜ ਕਹਿੰਦੇ ਆ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ। ਗੁਰੂ ਨਾਨਕ ਦੇਵ ਜੀ ਦੀ ਅਵਸਥਾ ਉਹ ਹੈ, ਗੁਰੂ ਨਾਨਕ ਦੇਵ ਜੀ ਉਸ ਟਿਕਾਣੇ ਤੇ ਬੈਠੇ। ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਉਹ ਹੈ ਜਿਸ ਦੇ ਵਿੱਚ ਅਵਸਥਾ ਤੇ ਪਹੁੰਚ ਕੇ ਹਰਖ ਅਨੰਤ ਸੋਗ ਨਹੀਂ ਬੀਆ। ਜਿਹੜਾ ਦੁੱਖ ਹੈ ਉਹਦਾ ਤੇ ਉੱਥੇ ਬੀਜ ਹੀ ਨਹੀਂ ਹੈ, ਉੱਥੇ ਉਹਦਾ ਨਾਮੋ ਨਿਸ਼ਾਨ ਹੀ ਨਹੀਂ ਹੈ। ਘਰ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ। ਫਿਰ ਅਸੀਂ ਬਚਨ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ ਸੋ ਘਰ। ਉੱਥੇ ਜਿਹੜਾ ਘਰ ਸ਼ਬਦ ਹੈ ਉਹ ਗ੍ਰਹਿ ਵਾਸਤੇ ਹੈ, ਨਿਵਾਸ
ਅਸਥਾਨ ਵਾਸਤੇ ਹੈ। ਸੋ ਇਸ ਤਰ੍ਹਾਂ ਮਹਾਰਾਜ ਸਭ ਕਿਛ ਘਰ ਮੇ, ਜਿਹੜਾ ਇੱਥੇ ਘਰ ਸ਼ਬਦ ਹੈ ਨਾ, ਉਹ ਘਰ ਸ਼ਬਦ ਆ ਰਿਹਾ ਹਿਰਦੇ ਦੇ ਵਾਸਤੇ। ਮਹਾਰਾਜ ਕਹਿੰਦੇ ਸਭ ਕਿਛ ਘਰ ਮੈਂ, ਜੋ ਕੁਛ ਵੀ ਹੈ ਉਹ ਤੇਰੇ ਘਰ ਵਿੱਚ ਹੈ, ਉਹ ਤੇਰੇ ਹਿਰਦੇ ਦੇ ਵਿੱਚ ਹੈ। परिपूर्ण परमात्मा की अगर तू प्राप्ति करना चाहना, गुरु तेग बहादुर जी महाराज का बचन, बहुत बचन आपां उन्हां दा सत्कार दे नाल पढ़ते हैं और सारियां नूं इहदे बारे पता भी है। महाराज कहंदे काहे रेबन खोजन जाई, किधर तू कहंदे जंगलां दे विच परमात्मा दी सब किछ घर मैं, काहे रेबन खोजन जाई, सर्ब निवासी सदा अलेपा तो ही संग समाई, तो ही संग समाई, पोहप मद ज्यों बास बसत है। महाराज फरमाते जिस तरह एक फुल दे विच कहंदे सुगंधी है, मुकर माहे जैसे शाई, ते जिस तरह एक शीशे दे विच दर्पण दे विच उहदा परछावां है, जो भी असी शीशे दे सामने वस्तु रखांगे उहदा परछावां उहदे विच जरूर बनेगा। महाराज फरमाउंदे काहे रेबन खोजन जाई, सर्ब निवासी सदा अलेपा तो ही संग समाई, पोहप मद ज्यों बास बसत है, मुकर माहे जैसे शाई, तैसे ही हर बसे निरंतर, घट ही खोजो अपने अंदर उस परमात्मा नूं कहंदे खोज। सब किछ घर मैं बाहर नाही, सब किछ घर मैं। एक होर प्रमाण बाबा फरीद जी का एक बचन है, जिन्हों गुरु अमरदास जी महाराज ने उहदा होर विस्तार किया। बाबा फरीद जी फरमाउंदे हन, कहंदे मैं उस तरीके दे पाटे पुराने कहंदे कपड़े पा लवां, ਉਹ मैं कहंदे सारे काम करा जिन्हां ਕੰਮਾਂ ਦੇ ਨਾਲ ਮੈਨੂੰ परिपूर्ण परमात्मा ਦੀ ਜਿਹੜੀ ਹੈ प्राप्ति हो जाए। बाबा फरीद जी का असीं बचन पढ़ते हैं, फिर उहदा विस्तार धन धन गुरु अमरदास जी महाराज करदे। महाराज कहंदे है काए पटोला पाड़ती, कंबलड़ी पहरियो। महाराज कहंदे घर ही बैठिया सौ मिले, जे नीयत रास करे, तेनू घर विच बैठिया ही अपने हिरदे दे निज घर दे विच ही कहंदे परिपूर्ण परमात्मा की कहंदे प्राप्ति हो सकती है। तू क्यों कहंदे बाहरले पासे नूं कहंदे जाना। इत्थे महाराज फरमाउंदे सब किछ घर मैं बाहर नाही, जो कुछ भी है अगर तू आत्मक आनंद की प्राप्ति करना चाहना, अगर तू परिपूर्ण, मैं दोनों अर्थ ले लिया, अगर तू आत्मक आनंद की प्राप्ति करना चाहना, अगर तू परिपूर्ण परमात्मा की प्राप्ति करना चाहना, वो तेनू सब कुछ जेड़ा अंदर ही है, तेरे घर दे अंदर, तेरे हिरदे दे विच। एक होर प्रमाण बाहर ढूंढण ते छूट भरे, गुर घर ही माहे दिखाया था। कहंदे बाहर मैं लभण गया, उतों मेरी कहंदे जान बच गई, मेरी बंद खलासी हो गई। जिन्हों मैं लभण लई बाहर जाना सी, वो तां मेरे हिरदे दे विच ही बैठा होया, वो तां मेरे अंदर ही बैठा होया। महाराज कहंदे बाहर ढूंढण ते छूट परे, गुर घर ही माहे दिखाया था। आ गल दा ख्याल करना, जे तू परमात्मा की प्राप्ति करना चाहना, जे तू परमात्मा नूं अपने हिरदे दे विच देखना चाहना, ते महाराज कहंदे गुर घर ही माहे दिखाया था। तेनू गुरु दे दर्शन, गुरु दे नाल, गुरु दे सिद्धांत ते चलना पवेगा। एक असीं ना जपजी साहब दे विच भी पंक्ति पढ़ते हैं, उहदे विच भी महाराज गुरु दी गल करते हैं। चलो एक आपां होर प्रमाण लै लईए, सब मैं जोत जोत है सोए, तिस दे चानन सब मह चानन होए। असी इत्थे तक पढ़ जाने हैं, लेकिन ये अवस्था बननी कदों है। महाराज फरमाउंदे गुर साखी जोत प्रगट होए, गुरु की सिक्ख्या ते चलेगा ते तां ये जिहड़ी जोत है तेरे अंदर प्रगट होवेगी, तेनू इहदे बारे पता लगेगा। इसे तरह जपजी साहिब दे विच भी आपां पढ़दे हैं, मत विच रतन जवाहर मानक, जे एक गुर की गल गुरु दी है। वो मैं प्रमाण जिहड़ा लिया सी, बाहर ढूंढण ते छूट भरे, गुर घर ही माहे दिखाया था। साध संगत जी, गुरु तो बगैर सिक्खा तेरा निस्तारा नहीं होना। गुरु ग्रंथ साहिब जी महाराज तो बगैर तेरा
ਨਿਸਤਾਰਾ ਨਹੀਂ ਹੋਣਾ। ਮਹਾਰਾਜ ਇੱਥੇ ਫਰਮਾਉਂਦੇ ਸਭ ਕਿਛ ਘਰ ਮੈਂ ਬਾਹਰ ਨਾਹੀਂ। ਬਾਹਰ ਜੇ ਜਾਵੇਂਗਾ ਨਾ ਜੰਗਲਾਂ ਵਿੱਚ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇ ਵਨ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਸਭ ਕਿਛ ਘਰ ਮੈਂ ਬਾਹਰ ਨਾਹੀਂ। ਬਾਹਰ ਤੈਨੂੰ ਕਹਿੰਦੇ ਕੁਛ ਨਹੀਂ ਮਿਲਣਾ। ਮਹਾਰਾਜ ਫਰਮਾਉਂਦੇ ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜਾ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਨਿਜ ਘਰ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਚਲੋ ਆਪਾਂ ਸੌਖੇ ਅਰਥਾਂ ਵਿੱਚ ਕਹਿ ਲਈਏ, ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਹਰ ਡੱਕੇ ਡੋਲੇ ਖਾਂਦਾ ਫਿਰਦਾ ਨਾ, ਉਹਨੂੰ ਕੁਛ ਨਹੀਂ ਮਿਲਣਾ। ਤੁਸੀਂ ਰੋਜ਼ਾਨਾ ਬਚਨ ਪੜ੍ਹਦੇ ਹੋ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਹੁਣ ਕਲਗੀਆਂ ਵਾਲੇ ਮਹਾਰਾਜ ਫਰਮਾਉਂਦੇ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਤੋਂ ਵੱਡਾ ਤੇ ਸੌਖਾ ਪ੍ਰਮਾਣ ਇਸੇ ਨੂੰ ਮਹਾਰਾਜ ਕਹਿੰਦੇ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਐਵੇਂ ਨਾ ਕਹਿੰਦੇ ਦੁਬਿਧਾ ਦੇ ਵਿੱਚ ਪੈ। ਉਹ ਜਿਹੜਾ ਰਸਤਾ ਪਾੜਿਆ ਸੀ ਨਾ, ਉਸ ਰਸਤੇ ਤੇ ਖੜੇ ਹੋ ਕੇ ਇਹ ਨਾ ਦੇਖ ਕਿ ਮੈਂ ਇੱਧਰ ਜਾਣਾ ਕਿ ਇੱਧਰ ਜਾਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛ ਕਿ ਮਹਾਰਾਜ ਮੈਨੂੰ ਦੱਸਿਆ ਜਾਵੇ। ਤੇ ਮਹਾਰਾਜ ਕਹਿੰਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਕਹਿੰਦੇ ਬਾਹਰ ਟੋਲੇ ਸੋ ਭਰਮ ਭੁਲਾਹੀ। ਮਹਾਰਾਜ ਕਹਿੰਦੇ ਦੇਵੀ ਦੇਵਾ ਪੂਜੀਏ ਭਾਈ। ਜੇ ਤੂੰ ਬਾਹਰ ਜਾਵੇਂਗਾ ਤੂੰ ਇੱਕ ਭੁਲੇਖੇ ਦੇ ਵਿੱਚ ਹੈ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ, ਪਾਹਨ ਨੀਰ ਪਖਾਲੀਏ ਭਾਈ, ਜਲ ਮਹਿ ਬੂਡੇ ਤੇ। ਕਹਿੰਦੇ ਤੂੰ ਇਹਨਾਂ ਦੇ ਮਗਰ ਕਹਿੰਦੇ ਜਾਨਾ, ਇਹਨਾਂ ਨੂੰ ਜਾ ਕੇ ਪੂਜਦਾ ਫਿਰਦਾ। ਮਹਾਰਾਜ ਇਸੇ ਲਈ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ ਤੇ ਸਿੱਧਾਂ ਦੇ ਕੋਲ ਗਏ। ਸਿੱਧਾਂ ਨੂੰ ਸਮਝਾਇਆ ਕਿ ਜਿਸ ਚੀਜ਼ ਦੀ ਤੁਸੀਂ ਪ੍ਰਾਪਤੀ ਕਰਨਾ ਚਾਹੁੰਦੇ ਹੋ ਨਾ, ਉਹ ਤੁਹਾਨੂੰ ਪਹਾੜਾਂ ਤੇ ਨਹੀਂ ਮਿਲਣੀ। ਤੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਪੂੰਅਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਮਹਾਰਾਜ ਕਹਿੰਦੇ ਹੈ ਕਿ ਜਿਸ ਚੀਜ਼ਾਂ ਤੋਂ ਬਚਣ ਵਾਸਤੇ ਤੂੰ ਕਹਿੰਦੇ ਆਇਆ ਸੀ ਕਿ ਮੈਂ ਇਹਨਾਂ ਨੂੰ ਛੱਡ ਦਿਆਂ ਤੇ ਪਰਮਾਤਮਾ ਦੇ ਨਾਲ ਜੁੜ ਦਿਆਂ, ਮਹਾਰਾਜ ਕਹਿੰਦੇ ਆ ਇਹ ਤੈਨੂੰ ਇੱਥੇ ਨਹੀਂ ਮਿਲਣਾ। ਮਹਾਰਾਜ ਫਰਮਾਉਂਦੇ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਤੂੰ ਇੱਕ ਕਹਿੰਦੇ ਭੁਲੇਖੇ ਦੇ ਵਿੱਚ ਪਿਆ ਹੋਇਆ। ਜਿਹੜੀ ਚੀਜ਼ ਅਸਲ ਹੈ ਤੂੰ ਉਹਨੂੰ ਨਕਲ ਕਰਕੇ ਮੰਨਿਆ ਹੋਇਆ, ਤੇ ਜਿਹੜੀ ਚੀਜ਼ ਕਹਿੰਦੇ ਨਕਲ ਹੈ ਉਹਨੂੰ ਤੂੰ ਅਸਲ ਕਹਿੰਦੇ ਬਣਾ ਕੇ ਬੈਠਾ ਹੋਇਆ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਹੀਂ। ਅੱਗੇ ਫਿਰ ਮਹਾਰਾਜ ਫਰਮਾਉਂਦੇ ਗੁਰ ਪ੍ਰਸਾਦੀ ਜਿਨ ਅੰਤਰ ਪਾਇਆ। ਪਹਿਲੀ ਵੀ ਪੰਕਤੀ ਦੇ ਵਿੱਚ ਪ੍ਰਮਾਣ ਲਿਆ ਸੀ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ। ਹੁਣ ਗੁਰੂ ਦੀ ਬਖਸ਼ਿਸ਼ ਕੀ ਹੋਣੀ ਹੈ? ਗੁਰ ਪ੍ਰਸਾਦੀ, ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਨੀ ਅੰਤਰ ਪਾਇਆ, ਜਿਹਨੇ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਅੰਦਰ ਤੋਂ ਹੀ ਉਹਨੇ ਦੇਖ ਲਿਆ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਮੈਂ ਇੱਥੇ ਥੋੜਾ ਜਿਹਾ ਵਿਚਾਰ ਕਰਾਂ। ਸਾਧ ਸੰਗਤ ਜੀ, ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਰਮ ਫਿਲਾਸਫੀ, ਦੂਸਰੀ ਹੈ ਨਦਰ ਫਿਲਾਸਫੀ। ਕਰਮ ਸਿੱਖ ਨੇ ਕਰਨੇ ਹਨ। ਆ ਜਿਹੜਾ ਆਪਾਂ ਗੁਰਦੁਆਰਾ ਸਾਹਿਬ ਆ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਮਹਾਰਾਜ ਦੀ ਪਰਿਕਰਮਾ ਕਰ ਰਹੇ ਹਾਂ, ਅਸੀਂ ਬੈਠ ਰਹੇ ਹਾਂ, ਦੀਵਾਨ ਸੁਣ ਰਹੇ ਹਾਂ, ਲੰਗਰ ਹਾਲ ਵਿੱਚ ਜਾ ਕੇ ਸੇਵਾ ਕਰ ਰਹੇ ਹਾਂ, ਜਾਂ ਜੋੜਾ ਘਰ ਵਿੱਚ ਸੇਵਾ ਕਰ ਰਹੇ ਹਾਂ, ਇਹ ਸਾਰੇ ਸਾਡੇ ਸਰੀਰ ਵੱਲੋਂ ਕੀਤੇ ਜਾਂਦੇ ਕਰਮ ਹਨ। ਲੇਕਿਨ
ਮਹਾਰਾਜ ਦੀ ਬਖਸ਼ਿਸ਼, ਇਹ ਕਰਮ ਸਿੱਖ ਨੇ ਕਰਨੇ ਹਨ, ਲੇਕਿਨ ਬਖਸ਼ਿਸ਼ ਦੇ ਪਾਤਰ ਹੋਣ ਵਾਸਤੇ ਸਿੱਖ ਨੇ ਕਰਮ ਕਰਨੇ ਹਨ। ਜੇਕਰ ਉਹ ਇਹ ਕਵੇ ਕਿ ਮੈਂ ਤੇ ਇਤਨੀ ਦੇਰ ਬਾਣੀ ਪੜ੍ਹੀ, ਮੈਂ ਇਤਨੀ ਸੇਵਾ ਕੀਤੀ ਤੇ ਮੈਨੂੰ ਕੁਛ ਨਹੀਂ ਮਿਲਿਆ, ਨਹੀਂ ਸਾਧ ਸੰਗਤ ਜੀ, ਇਹ ਕਰਮ ਅਸੀਂ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਹੋਣ ਲਈ ਕਰ ਰਹੇ ਹਾਂ, ਤਾਂ ਜੋ ਪਤਾ ਨਹੀਂ ਕਿਹੜੇ ਵੇਲੇ ਮਹਾਰਾਜ ਦੀ ਬਖਸ਼ਿਸ਼ ਹੋ ਜਾਣੀ ਹੈ, ਔਰ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਸੱਚੇ ਮਾਰਗ ਤੇ, ਉਹ ਪਰਮਾਰਥ ਦੇ ਰਸਤੇ ਤੇ ਅਸੀਂ ਚੱਲ ਪੈਣਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਨਾ ਕੁਝ ਸਿੱਖ ਆਏ ਤੇ ਬੜਾ ਆ ਕੇ ਉਹਨਾਂ ਨੇ ਨਾ ਰੋਸ ਕੀਤਾ। ਕਹਿੰਦੇ ਭਾਈ ਸਾਹਿਬ ਜੀ, ਇੰਨੀ ਦੇਰ ਹੋ ਗਈ ਬਾਣੀ ਪੜ੍ਹਦਿਆਂ, ਇੰਨੀ ਦੇਰ ਹੋ ਗਈ ਚੌਂਕੜਾ ਮਾਰਦਿਆਂ, ਪਰ ਗੱਲ ਕੁਛ ਬਣੀ ਜਿਹੀ ਨਹੀਂ, ਤੇ ਅਸੀਂ ਕਹਿੰਦੇ ਅੱਜ ਤੋਂ ਬਾਅਦ ਬਾਣੀ ਪੜ੍ਹਨੀ ਛੱਡ ਦਿੱਤੀ, ਵੀ ਛੱਡੀਏ, ਇਹਨਾਂ ਕੰਮਾਂ 'ਚ ਕੀ ਰੱਖਿਆ। ਭਾਈ ਸਾਹਿਬ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਬੁਲਾਇਆ, ਆਪਣੇ ਕੋਲ ਬਿਠਾਇਆ ਤੇ ਬਿਠਾ ਕੇ ਉਹਨਾਂ ਨੇ ਪੁੱਛਿਆ, ਕਹਿੰਦੇ ਤੁਹਾਡੇ ਪਿੰਡ ਕਹਿੰਦੇ ਬਿਜਲੀ ਦੀਆਂ ਤਾਰਾਂ ਹੈਗੀਆਂ? ਕਹਿੰਦੇ ਹਾਂਜੀ ਹੈਗੀਆਂ। ਕਹਿੰਦੇ ਬਿਜਲੀ ਜਾਂਦੀ ਹੈ? ਕਹਿੰਦੇ ਹਾਂਜੀ ਜਾਂਦੀ ਹੈ। ਕਹਿੰਦੇ ਕਈ ਵਾਰ ਤੇ 2-2 ਦਿਨ ਬੱਤੀ ਨਹੀਂ ਆਉਂਦੀ। ਕਹਿੰਦੇ ਜਦੋਂ 2-2 ਦਿਨ ਬੱਤੀ ਨਹੀਂ ਆਉਂਦੀ ਜਾਂ 8-8 ਘੰਟੇ ਬੱਤੀ ਨਹੀਂ ਆਉਂਦੀ, ਕੀ ਤੁਸੀਂ ਤਾਰਾਂ ਜਿਹੜੀਆਂ ਉਹ ਖੰਭੇ ਤੋਂ ਲਾ ਦਿੰਦੇ ਹੋ? ਕਹਿੰਦੇ ਭਾਈ ਸਾਹਿਬ ਤੁਸੀਂ ਕਿੱਦਾਂ ਦੀ ਗੱਲ ਕਰਦੇ ਹੋ? ਕਹਿੰਦੇ ਤਾਰਾਂ ਕਿਉਂ ਲਾਉਣੀਆਂ? ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਬਿਜਲੀ ਆ ਜਾਣੀ। ਕਹਿੰਦੇ ਬਸ ਆਹੋ ਹੀ ਗੱਲ ਹੈ, ਗੁਰੂ ਦੀ ਬਖਸ਼ਿਸ਼ ਪਤਾ ਨਹੀਂ ਕਿਹੜੇ ਵੇਲੇ ਹੋ ਜਾਣੀ। ਸਿੱਖਾਂ ਆਪਣੀਆਂ ਤਾਰਾਂ ਜਿਹੜੀਆਂ ਨਿਤਨੇਮ ਦੀਆਂ ਉਹ ਤੂੰ ਜੋੜੀ ਰੱਖ, ਇਹ ਬਖਸ਼ਿਸ਼ ਦਾ ਕੋਈ ਨਹੀਂ ਪਤਾ, ਬਖਸ਼ਿਸ਼ ਕਿਹੜੇ ਵੇਲੇ ਹੋ ਜਾਣੀ। ਇੱਕ ਪ੍ਰਮਾਣ ਆਪਾਂ ਲੈ ਲਈਏ ਬਖਸ਼ਿਸ਼ ਦਾ, ਮਹਾਰਾਜ ਕਹਿੰਦੇ ਨਦਰ ਕਰੇ ਤਾਂ ਸਿਮਰਿਆ ਜਾਏ। ਉਹਦੀ ਬਖਸ਼ਿਸ਼ ਤੋਂ ਬਗੈਰ ਤੁਸੀਂ ਇੱਥੇ ਆਏ ਹੋ ਨਾ, ਜੇ ਤੁਸੀਂ ਇਹ ਕਹੋ ਕਿ ਅਸੀਂ ਆਪਣੀ ਗੱਡੀ ਚਲਾ ਕੇ ਆਏ ਆ, ਤੇਲ ਫੂਕ ਕੇ ਆਏ ਆ, ਆਪਣੀ ਮਿਹਨਤ ਨਾਲ ਆਏ ਆ, ਬਿਲਕੁਲ ਗੱਲ ਗਲਤ ਹੈ। ਇਹ ਉਹਦੀ ਬਖਸ਼ਿਸ਼ ਸੀਗੀ ਤੇ ਅਸੀਂ ਇੱਥੇ ਆਏ ਆ। ਗੁਰ ਪ੍ਰਸਾਦੀ ਮਹਾਰਾਜ ਫਰਮਾਉਂਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨੌ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਤ ਨਾ ਪੁੱਛੇ। ਉਹਦੀ ਬਖਸ਼ਿਸ਼ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਫਿਰ ਅੰਤਰ ਬਾਹਰ, ਫਿਰ ਉਹਦੀ ਅਵਸਥਾ ਬਣ ਜਾਵੇਗੀ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਘਰ ਸੁਖ ਵਸਿਆ, ਬਾਹਰ ਅੰਤਰ ਬਾਹਰ ਸੁਹੇਲਾ ਜੀਓ। ਫਿਰ ਉਹ ਹਮੇਸ਼ਾ ਹੀ ਆਨੰਦ ਦੀ ਅਵਸਥਾ ਵਿੱਚ ਰਹੇਗਾ, ਫਿਰ ਉਹ ਹਮੇਸ਼ਾ ਹੀ ਸੁਖ ਦੀ ਅਵਸਥਾ ਵਿੱਚ ਰਹੇਗਾ। ਆਨੰਦ ਦੀ ਪ੍ਰਾਪਤੀ ਵੀ ਸਾਧ ਸੰਗਤ ਜੀ ਗੁਰੂ ਤੋਂ ਬਗੈਰ ਨਹੀਂ ਹੋਣੀ। ਸੁੱਖ ਦੀ ਜਿਹੜਾ ਸਦੀਵੀ ਸੁੱਖ ਹੈ, ਜਿਹਨੂੰ ਆਨੰਦ ਕਹਿੰਦੇ, ਆਤਮਿਕ ਆਨੰਦ ਦੀ ਪ੍ਰਾਪਤੀ ਵੀ ਗੁਰੂ ਤੋਂ ਬਗੈਰ ਨਹੀਂ ਹੋਣੀ। ਅਸੀਂ ਰੋਜ਼ਾਨਾ ਬਚਨ ਪੜ੍ਹਦੇ ਹਾਂ ਆਨੰਦ ਸਾਹਿਬ ਦੇ ਵਿੱਚ, ਆਨੰਦ ਆਨੰਦ ਸਭ ਕੋ ਕਹੈ। ਪਨੀਰ ਖਾ ਲਿਆ ਰਾਤ ਨੂੰ ਤੇ ਢਿੱਡ ਤੇ ਹੱਥ ਫੇਰਿਆ, ਕਹਿੰਦਾ ਆਨੰਦ ਆ ਗਿਆ। ਮਾਂ ਦਾ ਬੱਚਾ 4-5 ਸਾਲਾਂ ਦੇ ਬਾਅਦ ਵਿਦੇਸ਼ ਤੋਂ ਆਇਆ, ਰੋਂਦੀ ਰੋਂਦੀ ਨੇ ਗਲੇ ਨੂੰ ਲਾਇਆ ਤੇ ਕਹਿੰਦੀ ਪੁੱਤ ਆਨੰਦ ਆ ਗਿਆ। ਇਹ ਆਨੰਦ ਨਹੀਂ ਹੈ, ਇਹ ਥੋੜ੍ਹੇ ਸਮੇਂ ਦਾ ਸੁੱਖ ਹੈ। ਜਦੋਂ 2 ਮਹੀਨੇ ਬਾਅਦ ਬੱਚੇ ਨੇ ਫਿਰ ਬੈਗ ਬੰਨਿਆ ਤੇ ਮਾਂ ਫਿਰ ਰੋ ਰਹੀ ਹੈ, ਇਹ ਆਨੰਦ ਨਹੀਂ ਹੈ। ਰਾਤ ਨੂੰ ਪ੍ਰਸ਼ਾਦਾ ਖਾਧਾ, ਢਿੱਡ ਤੇ ਹੱਥ ਫੇਰਿਆ, ਸਵੇਰੇ ਫਿਰ ਭੁੱਖ। ਆਨੰਦ ਕੀ ਹੈ? ਮਹਾਰਾਜ ਕਹਿੰਦੇ ਆਨੰਦ ਇੱਕ ਐਸਾ ਸੁੱਖ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੁੱਛੀਏ ਆਨੰਦ ਕੀ ਹੈ, ਤੇ ਮਹਾਰਾਜ ਕਹਿੰਦੇ ਮੇਰੇ 4 ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਹਿਲਾਂ ਪਿਤਾ ਨੂੰ ਤੋਰਿਆ, ਮੇਰੀ ਜਿੰਦ ਜਾਣ ਤੋਂ ਪਿਆਰੇ 40 ਸ਼ਹੀਦ ਹੋ ਗਏ। ਲੇਕਿਨ ਆਨੰਦ ਕੀ ਹੈ? ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ। ਅੱਜ ਦਾ ਹੁਕਮਨਾਮਾ ਵੀ ਤੁਸੀਂ ਦੇਖਿਆ ਹੋਣਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਇਹ ਹੈ ਆਨੰਦ। ਸੁਖ ਸਨੇਹੋ ਔਰ ਭੈ ਨਹੀਂ ਜਾਕੇ ਕੰਚਨ ਮਾਟੀ,
ਇਹ ਹੈ ਆਨੰਦ ਸਾਧ ਸੰਗਤ ਜੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਗੁਰੂ ਤੋਂ ਬਗੈਰ ਆਨੰਦ ਨਹੀਂ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ। ਇੱਥੋਂ ਆਨੰਦ ਸ਼ੁਰੂ ਹੋਣ ਲੱਗਾ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ। ਜੇ ਤੂੰ ਆਤਮਿਕ ਆਨੰਦ ਦੀ ਪ੍ਰਾਪਤੀ ਦੀ ਵੀ ਗੱਲ ਕਰਦਾ ਨਾ, ਜਾਂ ਪਰਮਾਤਮਾ ਦੀ ਗੱਲ ਵੀ ਕਰਦਾ ਨਾ, ਤੇ ਉਹ ਤੈਨੂੰ ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਮਿਲਣਾ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਫਿਰ ਉਹਦੀ ਹਾਲਾਤ, ਉਹਦੀ ਅਵਸਥਾ ਕੀ ਬਣ ਗਈ? ਕਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੇੜਾਇਆ। ਉਹ ਅੰਦਰ ਵੀ ਸੁਖ ਤੇ ਉਹਦੇ ਬਾਹਰ ਵੀ ਸੁਖ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਬਿਲਕੁਲ ਉਹ ਹਰ ਅਵਸਥਾ ਦੇ ਵਿੱਚ ਇੱਕੋ ਜਿਹਾ ਰਹਿੰਦਾ। ਫਿਰ ਅੱਗੇ ਮਹਾਰਾਜ ਫਰਮਾਉਂਦੇ, ਝਿਮ ਝਿਮ ਵਰਸੈ। ਬੜਾ ਸ਼ਬਦ ਆਪ ਜੀ ਨੇ ਸੁਣਿਆ ਇਹ, ਝਿਮ ਝਿਮ ਵਰਸੈ। ਕੀਰਤਨੀਆਂ ਦੇ ਕੋਲੋਂ ਵੀ ਆਪ ਜੀ ਨੇ ਬੜੀ ਵਾਰ ਇਹ ਸ਼ਬਦ ਸੁਣਿਆ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਇਹ ਅਵਸਥਾ ਸਾਧ ਸੰਗਤ ਜੀ, ਇਹ ਇੱਕ ਅਵਸਥਾ ਦਾ ਜ਼ਿਕਰ ਕਰ ਰਹੇ ਆ ਮਹਾਰਾਜ ਇੱਥੇ। ਇਹ ਅਵਸਥਾ ਰਜੋਗੁਣ, ਤਮੋਗੁਣ, ਸਤੋਗੁਣ ਤੋਂ ਉੱਪਰ ਉੱਠ ਕੇ ਜਿਹੜੀ ਚੌਥੀ ਅਵਸਥਾ, ਜਿਹਨੂੰ ਸਹਿਜ ਅਵਸਥਾ ਕਹਿੰਦੇ ਆ, ਜਿਹਨੂੰ ਪਰਮ ਪਦ ਕਹਿੰਦੇ ਆ, ਜਿਹਨੂੰ ਨਿਰਵਾਣ ਪਦ ਕਹਿੰਦੇ ਆ, ਜਦੋਂ ਮਨੁੱਖ ਇਸ ਅਵਸਥਾ ਦੇ ਵਿੱਚ ਪਹੁੰਚਦਾ ਨਾ, ਉਸ ਸਮੇਂ ਇਹ ਜਿਹੜਾ ਝਿਮ ਝਿਮ, ਜਿਸ ਤਰ੍ਹਾਂ ਇੱਕ ਬਾਹਰ ਅਸੀਂ ਬਾਰਿਸ਼ ਦੀ ਗੱਲ ਕਰ ਲਈਏ, ਬੜੀ ਨਿੰਮੀ ਨਿੰਮੀ ਬਾਰਿਸ਼ ਹੁੰਦੀ ਹੈ, ਬੜੀ ਸਾਨੂੰ ਮਿੱਠੀ ਮਿੱਠੀ ਬਾਰਿਸ਼ ਲੱਗਦੀ ਹੈ, ਵਧੀਆ ਲੱਗਦੀਆਂ ਉਹਦੀਆਂ ਕਣੀਆਂ। ਇਸ ਤਰ੍ਹਾਂ ਅੰਦਰ ਨਾਮ ਦੀ ਜਿਹੜੀ ਰੌਂ ਆ ਨਾ, ਉਹ ਬੜੀ ਮਿੱਠੀ ਮਿੱਠੀ ਜਿਹੜੀ ਚੱਲਦੀ ਹੈ। ਔਰ ਇਹਦੇ ਇੱਕ ਹੋਰ ਅਰਥ ਕਰ ਲਈਏ, ਅੰਦਰ ਇੱਕ ਅਨਹਦ ਨਾਦ ਜਿਹੜਾ ਨਾ, ਉਹ ਆਪਣੇ ਆਪ ਵੱਜਣਾ ਸ਼ੁਰੂ ਹੋ ਜਾਂਦਾ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਅੰਮ੍ਰਿਤ ਧਾਰਾ ਦੇ ਅਰਥ ਇੱਕ ਹੋਰ ਕਰ ਲਈਏ, ਅਨਹਦ ਨਾਦ ਇੱਕ ਅੰਦਰ ਜਿਹੜਾ ਨਾ, ਉਹ ਆਪਣੇ ਆਪ ਵੱਜਣਾ ਸ਼ੁਰੂ ਹੋ ਜਾਂਦਾ। ਔਰ ਉਹ ਅਨਹਦ ਨਾਦ ਵੱਜਦਾ ਕਦੋਂ ਹੈ? ਬੜੇ ਧਿਆਨ ਦੇ ਨਾਲ ਸੁਣਿਓ। ਬਾਬਾ ਕਬੀਰ ਜੀ ਦਾ ਇੱਕ ਬਚਨ ਆ, ਉਹ ਇੱਕੋ ਬਚਨ ਵਿੱਚ ਇਸ ਅੰਮ੍ਰਿਤ ਧਾਰਾ ਦੀ ਗੱਲ ਕਰਦੇ ਆ। ਬਾਬਾ ਕਬੀਰ ਜੀ ਫਰਮਾਉਂਦੇ ਆ, ਸੰਤੋਹ ਮਨ ਪਵਨੈ ਸੁਖ ਬਣਿਆ। ਮਨ ਮੇਰਾ ਦੌੜਦਾ ਸੀਗਾ, ਟਿਕਦਾ ਨਹੀਂ ਸੀਗਾ। ਸੰਤੋਹ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਕਿਛ ਜੋਗ ਟਿਕ ਗਿਆ। ਹੁਣ ਮਨ, ਸੰਤੋਹ ਮਨ ਪਵਨੈ ਸੁਖ ਬਣਿਆ। ਸੁਖ ਦਾ ਅਖਰੀ ਅਰਥ ਹੈ ਟਿਕ ਗਿਆ। ਹੁਣ ਇਹ ਸੰਤੋਹ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਹੁਣ ਇਹ ਕਿਸੇ ਦੇ ਨਾਲ ਜੁੜਨ ਦੇ ਲਈ ਤਿਆਰ ਹੋ ਗਿਆ, ਸਾਫ਼ ਹੋ ਗਿਆ। ਇਹਨੇ ਆਪਣੇ ਦੁਆਰੇ ਖੋਲ ਦਿੱਤੇ ਕਿ ਉਹ ਜਿਹੜਾ ਪਰਿਪੂਰਨ ਪਰਮਾਤਮਾ ਆ ਕੇ ਬੈਠ ਜਾਵੇ। ਸੰਤੋਹ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂਦ ਲਿਏ ਦਰਵਾਜੇ, ਬਾਜੀਅਲੇ ਅਨਹਦ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਉਹ ਜਿਹੜਾ ਅਨਹਦ ਨਾਦ ਨਾ, ਉਹ ਜਿਹੜਾ ਨਾਮ ਦਾ ਰਸ ਨਾ, ਉਹ ਅੰਦਰੋਂ ਹੀ ਆਉਣਾ। ਇੱਕ ਹੋਰ ਪ੍ਰਮਾਣ ਦਿਆਂ, ਅਸੀਂ ਬਚਨ ਪੜ੍ਹਦੇ ਹਾਂ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਆਮ ਤੌਰ 'ਤੇ ਨਾ ਪਿੰਡਾਂ ਦੇ ਵਿੱਚ ਜਦੋਂ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਨਾ, ਮਾਫ਼ ਕਰਨਾ ਮੈਂ ਕਿਸੇ ਪਾਠੀ ਜਾਂ ਕਿਸੇ 'ਤੇ ਅਟੈਕ ਨਹੀਂ ਕਰ ਰਿਹਾ, ਪਰ ਅਸਲੀਅਤ ਸੁਣ ਕੇ ਕਈ ਵਾਰ ਦੁੱਖ ਹੁੰਦਾ। ਜਦੋਂ ਦੂਜੇ ਪਾਠੀ ਦੀ ਡਿਊਟੀ ਹੋਵੇਗੀ ਨਾ, ਤੇ ਉਹ ਜਾਣ ਲੱਗਾ ਕਹਿ ਕੇ ਜਾਵੇਗਾ, ਮੱਥਾ ਟੇਕਣ ਲੱਗਿਆ, ਪਾਠ ਜਰਾ ਖਿੱਚ ਕੇ ਰੱਖੀ। ਜਦ ਕਿ ਬਾਣੀ ਕਹਿੰਦੀ ਹੈ, ਹਰ ਕਾ ਬਿਲੋਵਨਾ
तो मैं कहना हुन्ना जिदन उन्हें तेनू खिच दिता ना फिर तेरे हालात बन जाने आ लांबे गोड़ पसार। हालात की बन जाने लांबे गोड़ जिदन उन्हें खिचता। अगे पाठ कहते खिच के रखी जरा, चढ़ाई करके कहते रखी, चढ़ाई करके कहते पाठ करो। आ शब्द बड़े जो सुनते मैं कहना कमाल की गल है। महाराज कहते हर का बिलोबना। जेकर एक वधिया पाठी है ना ਉਹਦੀ 60 ਤੋਂ 65 ਦੀ स्पीड बड़ी प्यारी हैगी है और समय सिर ਉਹਦਾ ਭੋਗ भी ਜਿਹੜਾ ਉਹ ਪੈ ਸਕਦਾ ਹੈਗਾ। 60 ਤੋਂ 65 अंग जेकर ਉਹ 2 ਘੰਟੇ ਦੇ ਵਿੱਚ ਆਪਣੀ ਡਿਊਟੀ ਜਿਹੜੀ ਹੈ ਪੂਰੀ ਕਰੇ ਬੜੇ ਆਰਾਮ ਦੇ ਨਾਲ ਜਿਹੜਾ ਹੈਗਾ ਭੋਗ ਜਿਹੜਾ ਉਹ ਸਮੇਂ ਸਿਰ ਪੈ ਸਕਦਾ ਹੈਗਾ। ਮਹਾਰਾਜ ਇੱਥੇ ਫਰਮਾਉਂਦੇ ਹਰ ਕਾ ਬਿਲੋਬਨਾ, ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਤਤ ਨਾ ਜੀ ਸਹਿਜ ਬਿਲੋਵ। ਇਹਦੇ ਵਿੱਚ ਪੰਕਤੀ ਆਉਂਦੀ ਹੈ ਗੁਰ ਪ੍ਰਸਾਦੀ ਪਾਵੈ ਅੰਮ੍ਰਿਤ ਧਾਰਾ। ਹਰ ਕਾ ਬਿਲੋਬਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦੀ ਪਾਵੈ ਅੰਮ੍ਰਿਤ ਧਾਰਾ। ਇਹ ਜਿਹੜੀ ਅੰਮ੍ਰਿਤ ਧਾਰ ਹੈ ਨਾ, ਇਹ ਜਿਹੜਾ ਨਾਮ ਦਾ ਰਸ ਨਾ, ਇਹ ਜਿਹੜਾ ਅਨਹਦ ਨਾਦ ਹੈ ਨਾ, ਇਹ ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਮਿਲਣਾ। फिर एक प्रमाण होर जी गुरु अर्जुन देव जी महाराज का, अमृत रस सतगुरु चुवाया। बड़े ध्यान नाल सुनियो, ये अमृत धारा जी अवस्था कित्थे जाके बनती है, किस अवस्था में जाके जो अंदर जिहड़ा नाम का रस है वो आउण लगता है। महाराज फरमाउंदे अमृत रस सतगुरु चुवाया। सतगुरु ने बख्शिश की है। अमृत रस सतगुरु चुवाया, 10वें द्वार प्रगट होए आया। 10वें द्वार जिन्हों महाराज कहते हैं 9 द्वारे प्रगट किए 10वां गुप्त। गुरु ग्रंथ साहिब में 10वें द्वार खुलण की गल है जी। इस अवस्था ते जा करके फिर एक प्रमाण होर महाराज पता की कहते हैं। महाराज कहते हैं जिन्ने इस रस का स्वाद नहीं ना लिया सारी जिंदगी दे विच, जिन्ने इस रस का स्वाद नहीं लिया, महाराज कहते हैं जिन्ना मर्जी कोशिश कर लवे, जिन्नी मर्जी बाणी पढ़ लवे, माफ़ करना मैं रोक नहीं रहा बाणी पढ़न तो, जिन्नी मर्जी बाणी पढ़ लवे उहदा मन सारी उम्र नचदा ते टपदा ही रहेगा। रस नहीं राते मन बहु नाटा। नाटा मैंने नचदा। जितनी देर तक इस रस का स्वाद नहीं लिया, उस रस विच रत्या नहीं गया, उन्नी देर तक उहदा मन जिहड़ा वो सारी उम्र भटकना च ही पिया रहेगा। रस नहीं राते मन बहु नाटा, उहदा मन जिहड़ा वो नचदा। महाराज इत्थे फरमाउंदे चिम चिम वरसै अमृत धारा मन पीवै। सुन शब्द विचारा। फिर गुरु ग्रंथ साहिब की बाणी नूं सुन के उहदे अंदर जिहड़ा एक नाम का रस है, उहदे अंदर एक अनहद नाद है, वो उहदे अंदर जाके टिक जाता है। मन पीवे सुन शब्द विचारा। अगे फिर महाराज दसदे हैं हुण इहदे फायदे की होने हैं। अनद विनोद करे दिन राती, वो आनंद दे विच रहेगा, वो हमेशा खेड़े दे विच रहेगा, चाहे दिन होवे चाहे रात होवे। अनद विनोद करे दिन राती, सदा सदा हर केला जियो। सदा सदा हर केला जियो। वो परमात्मा दे वल्लों बख्शिश होया इस अमृत रस दा जिहड़ा सुख है वो सदा ही माणदा रहेगा। सदा सदा हर केला जियो। फिर महाराज फरमाउंदे जन्म जन्म का विछड़िया मिलिया। विछड़िया सी क्योंकि अमृत रस आउण तो पहला विछड़े होए आपां। जन्म जन्म का विछड़िया मिलिया। विछड़े क्यों होए आ? मैं 2 प्रमाण दिया। किरत कर्म के विछुड़े, असी अपनियां करतूतां करके विछड़े आ। मैं खोल के अर्थ कर दिया। कर्मी आपो अपनी के नेड़े के अपने कर्मा करके। महाराज कहते हैं
ਕਿ ਜੀਵ ਇਸਤਰੀ ਤੇ ਪਰਮਾਤਮਾ ਇੱਕੋ ਹੀ ਸੇਜਾ ਤੇ ਸੌਂਦੇ ਆ। ਆਪਾਂ ਜੀਵ ਇਸਤਰੀ ਤੇ ਪਰਮਾਤਮਾ ਇੱਕ ਹੀ ਸੇਜ ਹੈ, ਲੇਕਿਨ ਉਹਨਾਂ ਦੋਨਾਂ ਦੇ ਵਿਚਕਾਰ ਕਹਿੰਦੇ ਦੀਵਾਰ ਹੈ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹੋਮੇ ਭੀਤ, ਇਸ ਕਰਕੇ ਸਾਡਾ ਵਿਛੋੜਾ ਪਿਆ। ਇੱਕ ਹੋਰ ਪ੍ਰਮਾਣ ਬਾਬਾ ਰਵਿਦਾਸ ਜੀ ਕਹਿੰਦੇ, ਜਬ ਹਮ ਹੋਤੇ ਹਮ, ਜਿੱਥੇ ਹਮ ਆ ਗਿਆ, ਜਿੱਥੇ ਹਉ ਆ ਗਈ, ਜਬ ਹਮ ਹੋਤੇ ਤਬ ਤੂ ਨਹੀਂ, ਜਨਮ ਜਨਮ ਕਾ ਵਿਛੜਿਆ। ਇਹਨਾਂ ਕਰਕੇ ਅਸੀਂ ਵਿਛੜੇ ਸੀ, ਲੇਕਿਨ ਜਦੋਂ ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ, ਜਦੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਅੰਮ੍ਰਿਤ ਧਾਰਾ ਅੰਦਰ ਚੱਲਣ ਲੱਗ ਪਈ, ਨਾਮ ਦਾ ਰਸ ਆਉਣ ਲੱਗ ਪਿਆ, ਅਨਹਦ ਨਾਦ ਵੱਜਣ ਲੱਗ ਪਿਆ, ਜਨਮ ਜਨਮ ਕਾ ਵਿਛੜਿਆ ਮਿਲਿਆ। ਫਿਰ ਉਹ ਜਿਹੜਾ ਉਹਦਾ ਵਿਛੋੜਾ ਸੀ ਨਾ, ਜਿਹਨੂੰ ਬਾਬਾ ਰਵਿਦਾਸ ਜੀ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਉਹ ਵੀ ਕਹਿੰਦੇ ਆ ਬਹੁਤ ਜਨਮ ਵਿਛੜੇ ਥੇ ਮਾਧੋ, ਜਨਮ ਜਨਮ ਕਾ ਵਿਛੜਿਆ ਮਿਲਿਆ। ਫਿਰ ਜਿਹੜੀਆਂ ਜਨਮਾਂ ਦਾ ਜਿਹੜੀ ਵਿੱਥ ਪਈ ਸੀ ਨਾ, ਜਿਹੜੀ ਦੂਰੀ ਪਈ ਸੀ ਨਾ, ਇੱਕ ਮੈਂ ਹੋਰ ਬੇਨਤੀ ਕਰਦਿਆਂ, ਸਿਮਰਨ ਇੱਕ ਐਸੀ ਤਾਕਤ ਹੈ ਜਿਹੜੀ ਤੁਹਾਡੇ ਅੰਦਰ ਤੇ ਪਰਮਾਤਮਾ ਦੇ ਵਿੱਚ ਜਿਹੜੀ ਦੂਰੀ ਪਈ ਹੋਈ ਹੈ ਨਾ, ਉਹਨੂੰ ਉਹ ਖਤਮ ਕਰ ਦਿੰਦੀ ਹੈ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਜਿਹੜਾ ਮੇਰਾ ਅੰਦਰ ਸੁੱਕਾ ਪਿਆ ਸੀਗਾ, ਸੂਕੇ ਹਰੇ ਕੀਏ ਖਿਨ ਮਾਹੇ, ਇਹ ਗੁਰੂ ਦੀ ਬਖਸ਼ਿਸ਼ ਹੈ ਜੀ। ਜਦੋਂ ਅਸੀਂ ਸਾਧ ਸੰਗਤ ਵਿੱਚ ਆਉਂਦੇ ਆ ਨਾ, ਤੇ ਫਿਰ ਜਿਹੜਾ ਸਾਡਾ ਮਨ ਜਿਹੜਾ ਸੁੱਕਾ ਹੋਇਆ ਨਾ, ਉਹ ਹਰਿਆ ਹੋ ਜਾਂਦਾ। ਸੂਕੇ ਹਰੇ ਕੀਏ ਖਿਨ ਮਾਹੇ, ਇੱਕ ਖਿਨ ਲੱਗਦਾ ਹੈ ਪਰਿਪੂਰਨ ਪਰਮਾਤਮਾ ਨੂੰ, ਜਿਹਨੂੰ ਅਸੀਂ ਇਹ ਵੀ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਉਹਨੂੰ ਸਮਾਂ ਨਹੀਂ ਲੱਗਦਾ, ਗੁਰੂ ਸਮਰੱਥ ਹੈ। ਅਨੰਤ ਕਲਾ ਹੋਏ ਠਾਕੁਰ, ਉਹਦੀਆਂ ਕੋਈ ਕਲਾ ਇਹ ਥੋੜ੍ਹੀ ਹੈ ਵੀ ਉਹ 14 ਕਲਾ ਸੰਪੂਰਨ ਹੈ, 16 ਕਲਾ ਸੰਪੂਰਨ ਹੈ। ਉਹ ਤੇ ਮਹਾਰਾਜ, ਉਹਦੇ ਕੋਲ ਇੰਨੀਆਂ ਕਲਾਵਾਂ ਹੈ ਕਿ ਸਿੱਖ ਦੇ ਕੋਲ ਉਹਦੀ ਗਿਣਤੀ ਨਹੀਂ ਹੈ। ਅਨੰਤ ਕਲਾ ਹੋਏ ਠਾਕੁਰ ਚੜਿਆ। ਇੱਥੇ ਮਹਾਰਾਜ ਫਰਮਾਉਂਦੇ, ਸਾਧ ਕਿਰਪਾ ਤੇ ਸੂਕਾ ਹਰਿਆ, ਸੁਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ ਸੋ ਮਤ ਪਾਏ। ਫਿਰ ਉਹਦੀ ਮਤ ਜਿਹੜੀ ਪਹਿਲੀ ਸੀ ਨਾ, ਉਹ ਬਦਲ ਗਈ। ਸੁਮਤ ਪਾਏ, ਚੰਗੀ ਮਤ ਆ ਗਈ, ਨਾਮ ਨੂੰ ਧਿਆਉਣ ਲੱਗ ਪਿਆ, ਗੁਰਮੁਖ ਹੋਏ ਮੇਲਾ ਜੀਓ, ਉਹਦਾ ਪਰਿਪੂਰਨ ਪਰਮਾਤਮਾ ਦੇ ਨਾਲ ਮੇਲ ਹੋ ਗਿਆ। ਕਿੱਦਾਂ ਮੇਲ ਹੋ ਗਿਆ? ਜਲ ਤਰੰਗ ਜਿਉਂ ਜਲੇ ਸਮਾਇਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਸ ਤਰ੍ਹਾਂ ਸੋਨੇ ਤੋਂ ਬਣੇ ਸੋਨੇ ਦੇ ਗਹਿਣੇ ਤੇ ਸਮੁੰਦਰ ਦੇ ਵਿੱਚੋਂ ਉੱਠੀ ਹੋਈ ਜਲ ਦੀ ਤਰੰਗ, ਉਹ ਫਿਰ ਦੁਬਾਰਾ ਆ ਕੇ ਆਪਣੇ ਮੂਲ ਦੇ ਨਾਲ ਹੀ ਜਿੱਥੋਂ ਉਹ ਵਿਛੜਿਆ ਉਹਨਾਂ ਵਿੱਚ ਆ ਕੇ ਮਿਲ ਜਾਂਦੇ। ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਸ ਤਰ੍ਹਾਂ ਜਲ ਤੋਂ ਉੱਠੀ ਤਰੰਗ ਥੋੜ੍ਹੇ ਸਮੇਂ ਦੇ ਵਾਸਤੇ, ਸਮੁੰਦਰ ਤੋਂ ਉੱਠੀ ਤਰੰਗ ਉਹ ਵਿਛੜ ਤਾਂ ਜਾਂਦੀ ਹੈ, ਲੇਕਿਨ ਫਿਰ ਦੁਬਾਰਾ ਆ ਕੇ ਸਮੁੰਦਰ ਦੇ ਵਿੱਚ ਹੀ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇਹਨੂੰ ਬਾਬਾ ਕਬੀਰ ਜੀ ਕਹਿੰਦੇ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਇੱਕ ਹੋ ਗਏ। ਜਿੱਦਾਂ ਜਲ ਤੋਂ ਉੱਚੀ ਹੋਈ ਤਰੰਗ ਫਿਰ ਵਾਪਸ ਆ ਕੇ ਇੱਕੋ ਹੀ ਹੋ ਗਈ ਹੈ। ਮਹਾਰਾਜ ਕਹਿੰਦੇ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੇ ਪਛਾਣੀ। ਜਲ ਤਰੰਗ ਜਿਉਂ ਜਲੇ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਆਤਮਾ ਤੇ ਪਰਮਾਤਮਾ ਦਾ ਆਪਸ ਵਿੱਚ ਮੇਲ ਹੋ ਗਿਆ, ਜਿਹਨੂੰ ਬਾਬਾ ਕਬੀਰ ਜੀ ਕਹਿੰਦੇ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ
ਹੋਏ ਏਕ ਜੋਤ ਏਕਾ ਮਿਲੀ। ਮੇਰੀ ਆਤਮਾ ਜਿਹੜੀ ਸੀ ਉਸ ਪਰਮਾਤਮਾ ਨਾਲ ਮਿਲ ਗਈ। ਜਿਹਨੂੰ ਰੋਜ਼ ਪੜ੍ਹਦੇ ਹੋ, ਨਿਜ ਕਰ ਮਹਿਲ, ਘਰ ਛੋਟਾ ਹੁੰਦਾ ਮਹੱਲ ਵੱਡਾ ਹੁੰਦਾ। ਆਤਮਾ ਛੋਟੀ ਹੁੰਦੀ ਹੈ, ਪਰਮਾਤਮਾ ਦਾ ਘਰ ਵੱਡਾ। ਨਿਜ ਕਰ ਮਹਿਲ ਪਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਮਹਾਰਾਜ ਇੱਥੇ ਫਰਮਾਉਂਦੇ ਤਿਉ ਜੋਤੀ, ਮਹਾਰਾਜ ਫਰਮਾਉਂਦੇ ਜਲ ਤਰੰਗ ਜਿਉ ਜਲੇ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਕਹੋ ਨਾਨਕ ਪ੍ਰਮ ਕਟੇ ਕਿਵਾੜੇ, ਬਹੁ ਨਾ ਹੋਈਐ ਜੋਲਾ ਜੀਓ। ਫਿਰ ਪਰਮਾਤਮਾ ਨੇ ਜਿਹੜੇ ਭਰਮ ਦੇ ਮੇਰੇ ਅੰਦਰ ਜਿਹੜੇ ਫਾਹੀਆਂ ਸੀ ਨਾ, ਉਹ ਮਹਾਰਾਜ ਨੇ ਕੱਟ ਦਿੱਤੀਆਂ। ਬਹੁਰ ਨਾ ਹੋਈ ਹੈ ਜੌਲਾ ਜੀਓ। ਜੌਲਾ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਹਦਾ ਅੱਖਰੀ ਅਰਥ ਹੈ ਦੌੜਨਾ, ਜਿਹਦਾ ਅੱਖਰੀ ਅਰਥ ਹੈ ਦੂਰ ਜਾਣਾ। ਤੇ ਇੱਥੇ ਆਪਾਂ ਅਰਥ ਲਵਾਂਗੇ ਬਹੁੜ ਨਾ ਹੋਈ ਹੈ ਜੌਲਾ ਜੀਓ। ਤੇਰੀ ਪਰਮਾਤਮਾ ਦੇ ਨਾਲ ਦੁਬਾਰਾ ਜਿਹੜੀ ਵੇਥਣਾ ਦੂਰੀ ਉਹ ਫੇਰਨੀ ਪਵੇਗੀ, ਜਦੋਂ ਤੇਰੇ ਅੰਦਰ ਉਹ ਅਨਹਦ ਨਾਦ ਜਿਹੜਾ ਨਾ ਉਹ ਵੱਜਣ ਲੱਗ ਪਿਆ। ਅੱਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਮਹਾਨ ਸਪੂਤ, ਉਹਨਾਂ ਦੇ ਵੱਲੋਂ ਵਰਸਾਏ ਹੋਏ, ਮੈਂ ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਦੋ ਘਟਨਾ ਆਪ ਜੀ ਨਾਲ ਸਾਂਝੀਆਂ ਕਰਨੀਆਂ। 18 ਕੁ ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਜਿਉਨੀ ਜੀ, ਔਰ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਭਗਤਾ ਜੀ ਉਹਨਾਂ ਨੂੰ ਆਨੰਦ ਦੀ ਪੂਰੀ ਆਨੰਦਪੁਰ ਲੈ ਕੇ ਆਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਮੈਂ ਰਾਤ ਵੀ ਬੇਨਤੀ ਕੀਤੀ ਹੈ, ਉਸੇ ਨੂੰ ਮੈਂ ਰਿਪੀਟ ਕਰਾਂਗਾ। ਤੇ ਜਦੋਂ ਲੈ ਕੇ ਆਏ ਤੇ ਮਾਂ ਨੇ ਕਿਹਾ, ਪੁੱਤ ਇਦਾਂ ਕਰ ਵੀ ਤੂੰ ਬਰਤਨਾਂ ਦੀ ਸੇਵਾ ਕਰ ਲੈ, ਤੇ ਗੁਰੂ ਦਾ ਦਰਬਾਰ ਲੱਗਾ, ਅਸੀਂ ਗੁਰੂ ਦੇ ਦਰਸ਼ਨ ਕਰ ਆਈਏ, ਥੋੜ੍ਹੀ ਜਿਹੀ ਸੇਵਾ ਕਰ, ਬਾਅਦ ਵਿੱਚ ਆ ਜਾਵੀਂ। ਉਹ ਭਾਂਡੇ ਸਾਫ਼ ਕਰ ਰਿਹਾ ਜੀ, ਆਗਿਆਕਾਰੀ ਪੁੱਤਰ ਹੈ ਜੀ। ਬਚਪਨ 'ਚ ਨਾਂ ਰੱਖਿਆ ਗਿਆ ਸੀ, ਦੀਪਾ ਵੀ ਕਿਹਾ ਕਿਸੇ ਨੇ, ਵਿਦਵਾਨਾਂ ਨੇ ਦੀਪ ਵੀ ਲਿਖਿਆ, ਚਲੋ ਖੈਰ। ਤੇ ਉਹ ਬਰਤਨ ਸਾਫ਼ ਕਰ ਰਿਹਾ। ਬਰਤਨ ਸਾਫ਼ ਕਰਦਿਆਂ ਕਰਦਿਆਂ ਇੱਕ ਵੱਡਾ ਥਾਲ, ਇੱਕ ਵੱਡਾ ਕਹਿ ਲਈਏ ਆਟਾ ਗੁੰਨਣ ਵਾਲੀ ਪਰਾਤ ਉਹਨੇ ਚਮਕਾਈ, ਤੇ ਚਮਕਾ ਕੇ ਨਾ ਤੇ ਜਦੋਂ ਸਾਫ਼ ਹੋਈ ਤੇ ਆਪਣਾ ਚਿਹਰਾ ਵਿੱਚ ਦੇਖ ਰਿਹਾ। ਜਦੋਂ ਚਿਹਰਾ ਵਿੱਚ ਦੇਖ ਰਿਹਾ ਤੇ ਪਿੱਛੇ ਕੋਈ ਨੀਲੇ ਬਾਣੇ ਦੇ ਵਿੱਚ ਉੱਚਾ ਲੰਮਾ ਮਹਾਪੁਰਸ਼ ਆ ਕੇ ਖੜਾ ਹੋ ਗਿਆ। ਤੇ ਜਦੋਂ ਦੇਖਿਆ ਤੇ ਪਿੱਛੇ ਨਾਲ ਉਹ ਪਰਛਾਵਾਂ, ਉਹ ਵਿੱਚ ਉਹਨਾਂ ਦਾ ਪ੍ਰਤੀਬਿੰਬ। ਉਹਨਾਂ ਨੇ ਪਿੱਛੇ ਦੇਖਿਆ ਤੇ ਕਹਿੰਦੇ ਕੌਣ? ਪੁੱਛਿਆ, ਕਹਿੰਦੇ ਕੌਣ, ਤੁਸੀਂ ਕੌਣ? ਤੇ ਅੱਗੋਂ ਉਸ ਮਹਾਪੁਰਸ਼ ਨੇ ਪੁੱਛਿਆ, ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਘਰਦਿਆਂ ਨੇ ਮੇਰਾ ਨਾਮ ਦੀਪ ਰੱਖਿਆ, ਜਾਂ ਦੀਪਾ ਕਹਿ ਲਈਏ। ਕਹਿੰਦੇ ਘਰਦਿਆਂ ਨੇ ਮੇਰਾ ਨਾਮ ਦੀਪ ਰੱਖਿਆ। ਕਹਿੰਦੇ ਦੀਪ ਜਗਿਆ ਹੋਇਆ ਜਾਂ ਬੁਝਿਆ ਹੋਇਆ? ਮਹਾਪੁਰਸ਼ ਨੇ ਪੁੱਛਿਆ, ਜਗਿਆ ਹੋਇਆ ਜਾਂ ਬੁਝਿਆ ਹੋਇਆ? ਕਹਿੰਦੇ ਮਹਾਰਾਜ ਸਮਝ ਗਿਆ ਇਸ ਗੱਲ ਤੋਂ ਵੀ ਜਿਨ੍ਹਾਂ ਨੂੰ ਕੌਣ ਕਿਹਾ ਉਹ ਕੌਣ ਹਨ। ਉਹਨਾਂ ਦੇ ਚਰਨੀ ਲੱਗ ਕੇ ਕਹਿੰਦੇ ਮਹਾਰਾਜ ਅੱਜ ਤੱਕ ਤਾਂ ਮੈਂ ਬੁਝਿਆ ਹੋਇਆ ਸੀ, ਤੁਹਾਡੀ ਬਖਸ਼ਿਸ਼ ਹੋ ਜਾਵੇ ਤੇ ਮੈਂ ਜਗ ਜਾਵਾਂਗਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਬੱਚੇ ਨੂੰ, ਦੀਪ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਸੀਨੇ ਨਾਲ ਲਾ ਕੇ ਉਹਨੂੰ ਆਸ਼ੀਰਵਾਦ ਦਿੱਤਾ। ਕਹਿੰਦੇ ਦੀਪ ਪੁੱਤਰ ਤੂੰ ਇਸ ਤਰੀਕੇ ਨਾਲ ਜਗੇਗਾ, ਤੇਰੇ ਅੰਦਰ ਪ੍ਰਕਾਸ਼ ਇਸ ਤਰੀਕੇ ਨਾਲ ਹੋਵੇਗਾ ਕਿ ਜਦੋਂ ਤੱਕ ਆਸਮਾਨ ਰਹੇਗਾ, ਜਦੋਂ ਤੱਕ ਧਰਤੀ ਰਹੇਗੀ, ਜਦੋਂ ਤੱਕ ਚੰਦ ਤੇ ਸੂਰਜ ਰਹੇਗਾ, ਜਦੋਂ ਤੱਕ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਣਗੀਆਂ, ਪੁੱਤਰ ਤੂੰ ਇਦਾਂ ਜਗੇਗਾ। ਹਰ ਸਿੱਖ ਦੀ ਜਿਹੜੀ ਪਰਿਕਰਮਾ ਹੀ ਉਦੋਂ ਪੂਰੀ ਹੋਵੇਗੀ ਜਦੋਂ ਉਹ ਪਹਿਲਾਂ ਤੈਨੂੰ ਮੱਥਾ ਟੇਕ ਕੇ ਜਾਣਗੇ, ਜਦੋਂ ਉਹ ਤੈਨੂੰ ਪਹਿਲਾਂ ਮੱਥਾ ਟੇਕ ਕੇ ਜਾਣਗੇ। ਤੇ ਇੱਕ ਵਿਦਵਾਨ ਲਿਖਦਾ, ਕਹਿੰਦਾ ਇਹ ਦੁਨੀਆ ਦੇ ਲੋਕੋ ਤੁਸੀਂ ਕੀ ਕਹਿੰਦਾ ਮੱਥਾ ਟੇਕਦੇ ਪਏ ਹੋ, ਨੱਕਾਂ ਰਗੜਦੇ ਪਏ ਹੋ। ਨੱਕਾਂ ਰਗੜ ਰਗੜ ਕੇ, ਮੱਥਾ ਰਗੜ ਰਗੜ ਕੇ ਤੁਹਾਡੇ ਮੱਥੇ ਤੇ ਨਿਸ਼ਾਨ ਪੈ ਗਿਆ। ਇਹ ਨਿਸ਼ਾਨ ਤਾਂ ਤੁਹਾਡੇ ਸਰੀਰ ਦੇ ਜਾਣ ਦੇ ਨਾਲ ਚਲਿਆ ਜਾਣਾ, ਨਿਸ਼ਾਨ ਮਿਟ ਜਾਣਾ। ਕਹਿੰਦੇ ਕੋਈ ਐਸਾ ਮੱਥਾ ਟੇਕ ਕਿ ਧਰਤੀ ਦੇ ਉੱਪਰ ਨਿਸ਼ਾਨ ਪੈ ਜਾਵੇ। ਤੇਰੇ ਜਾਣ ਤੋਂ ਬਾਅਦ ਜਿਹੜੀ ਲੋਕਾਈ ਹੈ
उस निशान नूं आप मत्था आके टेके। ऐसा मत्था जे टेकिया ते बाबा दीप सिंह ने टेकिया। वो विद्वान लिखदा, निशाने सजूद तेरी जबी पे हुआ तो क्या। जबी का आखिरी अर्थ है मत्था। निशाने सजूद तेरी जबी पे हुआ तो क्या, कोई ऐसा सिजदा कर कि निशान जमी पे बन जाए। कहते इदां दा मत्था टेक कि धरती दे उपर कहते निशान बन जाए। साध संगत जी, ऐसा मत्था जे टेकिया ते बाबा दीप सिंह जी ने टेकिया। बाबा दीप सिंह जी दे जीवन चो एक मैं होर आप जी दे नाल 3 महीने उन्होंने आनंदपुर साहिब कथा की सेवा की है। जो बाबा बंदा सिंह बहादुर ने चप्पड़ चिड़ी मैदान तो जंग तो बाद विच, जो साडा इतिहास कहता पिया, 3 महीने उन्होंने सेवा की है आनंदपुर साहिब कथा की। हुण बाबा बंदा सिंह बहादुर जदों 3 महीनों बाद उत्थे आए ना, उन्होंने भरे दीवान दे विच खड़े हो के बाबा दीप सिंह दे बारे बड़े प्यारे शब्द बोले संगत नूं। ये साडे घर दे महान विद्वान हन, ये कथा करते हैं, ये योधे हैं, ये सूरबीर हैं। मैं जिहड़ी बेनती करना चाहुंदा, ये हर प्रचारक नूं, हर कीर्तनीय नूं, हर नूं ये गल मननी चाहिदी। ते उस तो बाद बाबा दीप सिंह ने पता की किया। बाबा दीप सिंह ने कहा, संगत जी मेरी की औकात है कि मैं तुहाडे नाल गुरु दे बचन सांझे कर जावां। मेरी कोई हिम्मत नहीं। ये उस गुरु गोबिंद सिंह जी महाराज, ये उस कलगियां वाले दी, ये सिर्फ गुरु नानक दी बख्शिश ही है कि मैं 3 महीने मैं तुहाडे चरण जेड़े आ वो झाड़े हैं। अज साडे विद्वान नूं किते गल कही जावे भी तू 3 महीने सेवा की, तू बहुत वधिया विद्वान, बड़े प्रमाण दिना महाराज, वो फुलिया नहीं समांदा। लेकिन बाबा दीप सिंह ने कहा, कहंदे मेरी की हिम्मत है, मेरी की औकात है कि मैं इन्हां बचनां दी सांझ पा जावां। इहदे विच मेरी अपनी कोई शक्ति नहीं, मेरा अपना कोई कर्म नहीं। जे है ते उस परिपूर्ण परमात्मा दी कहंदे बख्शिश है। बाबा दीप सिंह जी, इतिहास साडा दसदा, जदों गुरु गोबिंद सिंह जी महाराज दमदमा साहिब की धरती तो चलन लगे ना नंदेड़ साहब नूं, ते बाबा दीप सिंह ने क्या कहंदे, महाराज साडे बारे की हुक्म है, मेरे बारे की हुक्म है। ते उस समय गुरु गोबिंद सिंह ने क्या कहंदे, दीप सिंह जेड़ी तू अरदास करेगा उस अरदास दे विच धन धन गुरु नानक देव जी आप वरतनगे और तेरी अरदास नू काल भी जेड़ा वो खंडित नहीं कर सकता। जेड़ी तू अरदास करेगा वो अरदास दे विच गुरु नानक वरतनगे और उस अरदास कीती हुई अरदास नू जेड़ी मौत है वो भी खंडित नहीं कर सकेगी। जदों पता लगा बाबा जी नू कि दरबार साहिब की बेअदबी हुई है, दरबार साहिब का पावन पवित्र सरोवर जेड़ा वो मुगलों ने जेड़ा सीगा पूर दिता, उस समय की हुकूमत ने, वो जेड़ा बाबा दीप सिंह जिन्हें 4 ग्रंथ अपने कर कमलों के नाल, अपने नज़रां दे नाल, उन्हें कली कली पंक्ति लिखी। 5वां ग्रंथ फारसी का लिखिया, वो 75 साल का बजुर्ग जेड़ा सारी उम्र कलम वरतदा रहा, अज वो कलम नू एक पासे रख के उन्हें खंडा फड़िया ते खंडा फड़िया नहीं, वो खंडा खड़काया। ते मैं बेनती करांगा, ऐसा खंडा खड़काया, देखो उहदे सामने खंडा खड़काउण वाला जहान खान भी है। मैं विचों थोड़े थोड़े पक्ष ले, उन्हां दे सामने खंडा खड़काउण वाला जहान खान भी है, जिहड़ा पठान है, उहदी 35 तो 36 साल की उम्र है, वो नौजवान है, जवानी दे नाल भरपूर है। इधरले पासे 75 साल का बजुर्ग, खंडा उन्हें भी खड़काया, खंडा बाबा दीप सिंह ने भी खड़काया, दोनों दे वार इकट्ठे होए है।
ਦੋਨਾਂ ਦੇ ਸਿਰ ਉਤਰੇ ਹਨ, ਸਿਰ ਉਤਰ ਕੇ ਧਰਤੀ ਤੇ ਡਿੱਗੇ ਹਨ, ਦੋਨਾਂ ਦੇ ਧੜ ਵੀ ਡਿੱਗੇ ਹਨ। ਲੇਕਿਨ ਜਹਾਨ ਖਾਂ ਸਿਰਫ ਖੰਡਾ ਖੜਕਾ ਸਕਦਾ, ਸਿਰ ਲਾ ਸਕਦਾ, ਆਪ ਨਹੀਂ ਉੱਠ ਸਕਦਾ। ਪਰ ਬਾਬਾ ਦੀਪ ਸਿੰਘ ਨੇ ਜਿਹੜੀ ਅਰਦਾਸ ਕੀਤੀ, ਉਹ ਖੰਡਾ ਖੜਕਾ ਸਕਦੇ ਹੈ, ਸਿਰ ਲਵਾ ਸਕਦੇ ਹੈ, ਧਰਤੀ ਤੇ ਡਿੱਗ ਸਕਦੇ ਹੈ, ਤੇ ਡਿੱਗਿਆ ਹੋਇਆ ਆਪਣੇ ਸਿਰ ਨੂੰ ਆਪਣੇ ਹੱਥ ਤੇ ਰੱਖ ਕੇ ਫਿਰ ਖੰਡਾ ਖੜਕਾ ਸਕਦੇ। ਇਹ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਐਸੇ ਮਹਾਨ ਸਪੂਤ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ। ਮੇਰੀ ਬੇਨਤੀ ਹੈ ਬੱਚਿਆਂ ਨੂੰ ਇਹਨਾਂ ਗਾਥਾਵਾਂ ਦੇ ਨਾਲ ਜੋੜੀਏ, ਬੱਚਿਆਂ ਨੂੰ ਇਹ ਜਿਹੜੀਆਂ ਉਹਨਾਂ ਦੇ ਸਿਧਾਂਤ ਉਹਨਾਂ ਨੂੰ ਸਮਝਾਈਏ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਅਸਥਾਨ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਹੈ। ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ